ਮਸੀਹ ਇਤਿਹਾਸ ਦੇ ਬਾਰੇ ਜੋ ਅਸੀਂ ਸਿੱਖ ਰਹੇ ਸੀਗੇ, ਅਸੀਂ ਨੀਰੋ ਦੇ ਸਮੇਂ ਤੱਕ ਅਸੀਂ ਦੇਖਿਆ ਕਿ ਪੌਲੁਸ ਔਰ ਪਤਰਸ ਨੂੰ ਇਸ ਦੇ ਸਮੇਂ 'ਚ ਸ਼ਹੀਦ ਕੀਤਾ ਗਿਆ 67 ਔਰ 68 ਏਡੀ ਦੇ ਦਰਮਿਆਨ। ਸੋ ਪਤਰਸ ਦੀ ਸ਼ਹਾਦਤ ਜੋ ਆ ਉਸ ਦੀ ਮੌਤ ਸਮੇਂ ਉਸਨੂੰ ਕਰੂਸ ਦੇ ਉੱਤੇ ਉਲਟਾ ਲਟਕਾਇਆ ਗਿਆ, ਕਿਉਂਕਿ ਉਸਨੇ ਖੁਦ ਹੀ ਰਿਕੁਐਸਟ ਕੀਤੀ ਕਿ ਮੈਂ ਇਸ ਲਾਇਕ ਨਹੀਂ ਕਿ ਮੈਨੂੰ ਪ੍ਰਭੂ ਯੀਸ਼ੂ ਮਸੀਹ ਦੀ ਤਰ੍ਹਾਂ ਸਲੀਬ 'ਤੇ ਲਟਕਾਇਆ ਜਾਵੇ। ਔਰ ਉਸ ਦੀ ਮੌਤ ਤੋਂ ਬਾਅਦ ਜੋ ਆ ਵੈਟੀਕਨ ਪਹਾੜੀ ਉੱਤੇ ਉਸਨੂੰ ਦਫਨ ਕੀਤਾ ਗਿਆ ਔਰ ਉਸ ਦੀ ਕਬਰ ਦੇ ਉੱਤੇ ਜੋ ਇੱਕ ਬੈਸੀਲਿਕਾ ਬਣਾਈ ਗਈ, ਜੋ ਇੱਕ ਵੱਡਾ ਹਾਲ ਹੁੰਦਾ ਸੀਗਾ। ਸੋ 16ਵੀਂ ਸਦੀ ਵਿੱਚ ਉਸਨੂੰ ਤੋੜਿਆ ਗਿਆ ਔਰ ਨਵੇਂ ਸਿਰੇ ਤੋਂ ਜੋ ਉਸਨੂੰ ਬਣਾਇਆ ਗਿਆ, ਔਰ ਜਿਹਨੂੰ ਕਿ ਅੱਜ ਸੈਂਟ ਪੀਟਰ ਚਰਚ ਜਾਂ ਸੈਂਟ ਪੀਟਰ ਬੈਸੀਲਿਕਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਔਰ ਪੌਲੁਸ ਜੋ ਆ, ਪੌਲੁਸ ਇੱਕ ਰੋਮੀ ਨਾਗਰਿਕ ਸੀਗਾ, ਇਸ ਲਈ ਉਸਨੂੰ ਕਰੂਸ 'ਤੇ ਨਹੀਂ ਸੀ ਲਟਕਾ ਸਕਦੇ, ਇਸ ਲਈ ਉਸਦਾ ਸਿਰ ਕਲਮ ਕਰਕੇ ਉਸ ਸ਼ਹੀਦ ਕੀਤਾ ਗਿਆ। ਔਰ ਕੌਂਸਟੈਂਟਾਈਨ ਜੋ ਕਿ 4ਵੀਂ ਸਦੀ ਵਿੱਚ ਰੋਮੀ ਸਮਰਾਟ ਇੱਕ ਹੋਇਆ, ਉਸਨੇ ਪੌਲੁਸ ਦੀ ਕਬਰ ਦੇ ਉੱਤੇ ਜੋ ਆ ਇੱਕ ਬੈਸੀਲਿਕਾ ਬਣਾਈ, ਇੱਕ ਹਾਲ ਬਣਾਇਆ ਬਹੁਤ ਵੱਡਾ, ਜਿੱਥੇ ਕਿ ਅੱਜ ਇੱਕ ਸੈਂਟ ਪੀਟਰ ਚਰਚ ਜੋ ਆ ਖੜਾ ਹੈ। ਔਰ ਦੋਨਾਂ ਦੀ ਸ਼ਹਾਦਤ ਤੋਂ ਕੁਝ ਸਮੇਂ ਬਾਅਦ ਜੋ ਆ ਨੀਰੋ ਸਮਰਾਟ ਨੂੰ ਰੋਮੀ ਸਦਨ ਦੇ ਦੁਆਰਾ ਜੋ ਆ ਇੱਕ ਜਨਤਾ ਦਾ ਦੁਸ਼ਮਣ ਜੋ ਆ ਘੋਸ਼ਿਤ ਕਰ ਦਿੱਤਾ ਗਿਆ। ਔਰ ਉਸ ਤੋਂ ਬਾਅਦ ਨੀਰੋ ਜੋ ਆ ਉਹ ਆਤਮ ਹੱਤਿਆ ਕਰਨ ਲਈ ਵੀ ਮਜਬੂਰ ਹੋ ਗਿਆ ਔਰ ਉਸ ਦਾ ਅੰਤ ਜੋ ਆ ਇੱਕ ਆਤਮ ਹੱਤਿਆ ਦੇ ਨਾਲ ਹੋ ਜਾਂਦਾ ਹੈ। ਔਰ ਇਸ ਤੋਂ ਬਾਅਦ ਜੋ 70 ਏਡੀ ਵਿੱਚ ਅਸੀਂ ਦੇਖਦੇ ਹਾਂ ਜੋ ਪ੍ਰਮੁੱਖ ਘਟਨਾ, ਜੋ ਹੈਕਲ ਦਾ ਜੋ ਵਿਨਾਸ਼ ਕੀਤਾ ਗਿਆ 70 ਏਡੀ ਦੇ ਵਿੱਚ, ਜੋ ਉਸ ਸਮੇਂ ਜੋ ਰੋਮੀ ਸਮਰਾਟ ਸੀਗਾ ਵੈਸਪੇਸ਼ੀਅਨ, ਜਿਸ ਦਾ ਸਮਾਂ 69 ਏਡੀ ਤੋਂ ਲੈ ਕੇ 79 ਏਡੀ ਤੱਕ ਆ, ਔਰ ਉਸਨੇ ਆਪਣੇ ਬੇਟੇ ਨੂੰ ਟਾਈਟਸ ਨੂੰ ਭੇਜਿਆ ਜੰਗ ਵਾਸਤੇ। ਔਰ ਉਹਦੀ ਵਜ੍ਹਾ ਇਹ ਸੀ ਕਿਉਂਕਿ ਯਹੂਦੀਆਂ ਦੇ ਵਿੱਚ ਇੱਕ ਵਿਦਰੋਹ ਖੜਾ ਹੋਇਆ ਰੋਮੀ ਹਕੂਮਤ ਦੇ ਖਿਲਾਫ। ਸੋ ਉਸ ਵਿਦਰੋਹ ਨੂੰ ਦਬਾਉਣ ਵਾਸਤੇ ਵੈਸਪੇਸ਼ੀਅਨ ਨੇ ਆਪਣੇ ਬੇਟੇ ਟਾਈਟਸ ਨੂੰ ਭੇਜਿਆ। ਸੋ ਟਾਈਟਸ ਨੇ ਜਦ ਸਮੇਂ ਹਮਲਾ ਕੀਤਾ ਤਾਂ ਇਹਨਾਂ ਨੇ 5 ਮਹੀਨੇ ਤੱਕ ਯਰੂਸ਼ਲਮ ਨੂੰ ਘੇਰੀ ਰੱਖਿਆ ਔਰ ਬਹੁਤ ਸਾਰਾ ਇੱਕ ਜਿਸ ਸਮੇਂ ਯਹੂਦੀਆਂ ਦੀ ਹਾਲਤ ਖਰਾਬ ਹੋ ਗਈ, ਅੰਦਰ ਮਹਾਮਾਰੀ ਵੀ ਫੈਲ ਗਈ, ਭੁੱਖਮਰੀ ਵੀ ਫੈਲ ਗਈ। ਔਰ ਉਸ ਤੋਂ ਬਾਅਦ ਜੋ ਆ ਹੈਕਲ ਨੂੰ ਵੀ ਪੂਰੀ ਤਰ੍ਹਾਂ ਨਾਸ਼ ਕੀਤਾ ਗਿਆ ਔਰ ਯਹੂਦੀਆਂ ਨੂੰ ਇਸ ਜੰਗ ਵਿੱਚ ਜੋ ਆ ਹਾਰ ਦਾ ਸਾਹਮਣਾ ਕਰਨਾ ਪਿਆ। ਔਰ ਇਹਦੇ ਬਾਰੇ ਪ੍ਰਭੂ ਯੀਸ਼ੂ ਮਸੀਹ ਨੇ ਪਹਿਲਾਂ ਤੋਂ ਹੀ ਭਵਿੱਖਬਾਣੀ ਵੀ ਕੀਤੀ ਸੀਗੀ। ਮੱਤੀ 24 ਅਧਿਆਏ ਉਹਦਾ 2 ਵਚਨ 'ਚ ਯੀਸ਼ੂ ਮਸੀਹ ਨੇ ਬੋਲਿਆ ਸੀਗਾ ਕਿ ਇਸ ਜਗ੍ਹਾ ਦੇ ਉੱਤੇ ਕੀ ਇੱਕ ਪੱਥਰ ਉੱਤੇ ਪੱਥਰ ਵੀ ਨਹੀਂ ਛੱਡਿਆ ਜਾਏਗਾ। ਲੂਕਾ 21 ਅਧਿਆਏ ਉਹਦਾ 20 ਵਚਨ, ਲੂਕਾ 19 ਅਧਿਆਏ ਉਹਦਾ 43-44 ਵਚਨਾਂ ਤੁਸੀਂ ਪੜ੍ਹ ਕੇ ਦੇਖ ਸਕਦੇ ਹੋ। ਪ੍ਰਭੂ ਯੀਸ਼ੂ ਮਸੀਹ ਨੇ ਇਸ ਜਗ੍ਹਾ ਦੇ ਉੱਤੇ ਜੋ ਆ ਇਸ ਯੁੱਧ ਦੀ, ਇਸ ਹਮਲੇ ਦੀ ਜੋ ਟਾਈਟਸ ਦੇ ਦੁਆਰਾ ਹੋਇਆ, ਉਸ ਦੀ ਭਵਿੱਖਬਾਣੀ ਪਹਿਲਾਂ ਤੋਂ ਹੀ ਕੀਤੀ ਸੀਗੀ। ਔਰ ਵੈਸਪੇਸ਼ੀਅਨ ਜੋ ਰੋਮੀ ਸਮਰਾਟ ਸੀਗਾ, ਇਸਨੇ 71 ਏਡੀ ਵਿੱਚ ਜੋ ਆ ਇੱਕ ਬਹੁਤ ਹੀ ਪ੍ਰਸਿੱਧ ਇਮਾਰਤ ਜੋ ਆ ਬਣਾਈ, ਇੱਕ ਕਲੋਜ਼ੀਅਮ ਜੋ ਆ, ਇੱਕ ਸਟੇਡੀਅਮ ਜੋ ਤਿਆਰ ਕੀਤਾ ਗਿਆ। ਕਲੋਜ਼ੀਅਮ ਜੋ ਸੀਗਾ ਇੱਕ ਸਟੇਡੀਅਮ ਜਿਹਦੇ ਵਿੱਚ 50,000 ਲੋਕਾਂ ਦੇ ਬਹਿਣ ਦਾ ਪ੍ਰਬੰਧ ਸੀਗਾ, ਤਾਂ ਕਿ ਉੱਥੇ ਬੈਠ ਕੇ ਲੋਕ ਜੋ ਅੰਦਰ ਦਾ ਜੋ ਵੀ ਕੋਈ ਖੇਡ ਤਮਾਸ਼ਾ ਜੋ ਵੀ ਆ ਉਹਨੂੰ ਦੇਖ ਸਕਣ। ਸੋ ਇਹਦਾ ਬਣਾਉਣ ਦਾ ਪਰਪਸ ਸੀਗਾ ਲੋਕਾਂ ਦਾ ਸਿਰਫ ਮਨੋਰੰਜਨ, ਲੋਕਾਂ ਨੂੰ ਪ੍ਰਸੰਨ ਕਰਨ ਵਾਸਤੇ। ਔਰ ਉਸ ਸਮੇਂ ਗਲੈਡੀਏਟਰ ਫਾਈਟ ਇਸ ਜਗ੍ਹਾ ਦੇ ਉੱਤੇ ਸ਼ੁਰੂਆਤੀ ਦੌਰ ਵਿੱਚ ਕੀਤੀ ਜਾਂਦੀ ਸੀਗੀ, ਜੋ ਤਲਵਾਰਬਾਜ਼ਾਂ ਦਾ ਆਪਸ ਵਿੱਚ ਜੋ ਯੁੱਧ ਚੱਲਦਾ ਸੀਗਾ। ਸੋ ਉਹਦੇ ਵਾਸਤੇ ਇਹਨੂੰ ਤਿਆਰ ਕੀਤਾ ਗਿਆ, ਜਾਂ ਜਾਨਵਰਾਂ ਦੇ ਨਾਲ ਵੀ ਮਨੁੱਖਾਂ ਦਾ ਜੋ ਯੁੱਧ ਹੁੰਦਾ ਸੀਗਾ। ਔਰ ਇਸ ਕਲੋਸੀਅਮ ਦੇ ਵਿੱਚ ਜੋ ਆ ਬਹੁਤ ਸਾਰੇ ਮਸੀਹੀ ਲੋਕਾਂ ਨੂੰ ਸ਼ਹੀਦ ਕੀਤਾ ਗਿਆ। ਉਹਨਾਂ ਦੇ ਉੱਪਰ ਜਾਨਵਰਾਂ ਨੂੰ ਛੱਡ ਦਿੱਤਾ ਜਾਂਦਾ ਸੀ ਜਾਂ ਉਹਨਾਂ ਨੂੰ ਜ਼ਿੰਦਾ ਜਲਾਇਆ ਜਾਂਦਾ ਸੀ। ਸੋ ਬਹੁਤ ਹੀ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਜਾਂਦਾ ਸੀ। ਇਸ ਕਲੋਸੀਅਮ ਦੇ ਵਿੱਚ ਬਹੁਤ ਸਾਰੇ ਮਸੀਹੀ ਲੋਕਾਂ ਨੂੰ ਜੋ ਆ ਸ਼ਹੀਦ ਕੀਤਾ ਗਿਆ। ਔਰ ਇਹ ਜੋ ਕਲੋਸੀਅਮ ਆ ਇਹ 71 ਏਡੀ ਵਿੱਚ ਸ਼ੁਰੂ ਹੁੰਦਾ ਆ ਔਰ ਉਸ ਤੋਂ ਬਾਅਦ 81 ਏਡੀ 'ਚ ਕੰਪਲੀਟ ਹੁੰਦਾ। 10 ਸਾਲ ਦੇ ਵਿੱਚ ਇਹਨੂੰ ਬਣਾਇਆ ਗਿਆ ਔਰ 79 ਏਡੀ ਵਿੱਚ ਜੋ ਆ ਵੈਸਪੇਸ਼ੀਅਨ ਦੀ ਮੌਤ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਉਹਦਾ ਬੇਟਾ ਟਾਈਟਸ 79 ਤੋਂ 81 ਏਡੀ ਵਿੱਚ ਸਮਰਾਟ ਬਣਦਾ ਹੈ। 2 ਸਾਲ ਲਈ 79 ਤੋਂ 81 ਏਡੀ ਦਾ ਸਮਾਂ ਸੀ ਇਸਦਾ। ਸੋ ਟਾਈਟਸ ਨੇ ਇਸ ਨੂੰ ਫਿਨਿਸ਼ ਕੀਤਾ, ਕੰਪਲੀਟ ਕੀਤਾ ਕਲੋਸੀਅਮ ਨੂੰ। ਔਰ 81 ਏਡੀ ਤੋਂ ਬਾਅਦ ਜੋ ਆ ਡੋਮੀਸ਼ੀਅਨ ਦਾ ਰਾਜ ਜੋ ਹੈ ਸ਼ੁਰੂ ਹੋ ਜਾਂਦਾ ਆ। ਔਰ ਡੋਮੀਸ਼ੀਅਨ ਜੋ ਸਮਰਾਟ ਸੀਗਾ, ਸੋ ਇਹਦੇ ਸਮੇਂ 'ਚ ਹੀ ਜੋ ਦੂਸਰੀ ਲਹਿਰ, ਸਤਾਵਟ ਦਾ ਜੋ ਦੂਸਰਾ ਲਹਿਰ ਡੋਮੀਸ਼ੀਅਨ ਦੇ ਬਾਅਦ ਹੁੰਦਾ ਆ। ਪਹਿਲੀ ਲਹਿਰ ਨੀਰੋ ਦੇ ਸਮੇਂ 'ਚ ਆਉਂਦੀ ਹੈ, ਜਿਸ ਦੇ ਵਿੱਚ ਵਿਸ਼ਵਾਸੀ ਨੂੰ ਬਹੁਤ ਬੁਰੀ ਤਰ੍ਹਾਂ ਸਤਾਇਆ ਗਿਆ। ਉਸ ਤੋਂ ਬਾਅਦ ਨੀਰੋ ਦੀ ਮੌਤ ਤੋਂ ਬਾਅਦ ਕੁਝ ਸਮੇਂ ਲਈ ਬ੍ਰੇਕ ਮਿਲਦੀ ਹੈ। ਤੋਂ ਡੋਮੀਸ਼ੀਅਨ ਦੇ ਆਉਣ ਤੋਂ ਬਾਅਦ ਮਸੀਹੀ ਲੋਕਾਂ ਦੇ ਉੱਤੇ ਫਿਰ ਤੋਂ ਇੱਕ ਸਤਾਵਟ ਦਾ ਦੌਰ ਜਿਹੜਾ ਸ਼ੁਰੂ ਹੋ ਜਾਂਦਾ ਹੈ। ਔਰ ਡੋਮੀਸ਼ੀਅਨ ਦੇ ਸਮੇਂ ਹੀ ਜੋ ਆ ਸੰਤ ਯਹੋਨਾ ਜੋ ਆ ਉਸਨੂੰ ਪਹਿਲੋਂ ਤੋਂ ਸ਼ਹੀਦ ਕਰਨ ਦੀ ਕੋਸ਼ਿਸ਼ ਕੀਤੀ ਗਈ ਡੋਮੀਸ਼ੀਅਨ ਦੇ ਵੱਲੋਂ। ਔਰ ਜਿਸ ਸਮੇਂ ਉਹ ਮਾਰਨ ਵਿੱਚ ਅਸਫਲ ਹੋ ਜਾਂਦਾ ਆ, ਡੋਮੀਸ਼ੀਅਨ ਉਸਨੂੰ ਉਬਲਦੇ ਤੇਲ ਦੇ ਕੜਾਹੇ 'ਚ
ਸੁੱਟਿਆ ਜਾਂਦਾ ਹੈ ਯਹੂਨਾ ਨੂੰ, ਪਰ ਉਹ ਜਿਸ ਸਮੇਂ ਪਰਮੇਸ਼ਰ ਉਸ ਨੂੰ ਬਚਾਉਂਦਾ ਆ ਤਾਂ ਉਸ ਤੋਂ ਬਾਅਦ ਉਸ ਨੂੰ ਫਿਰ ਪਾਤਮਸ ਟਾਪੂ ਦੇ ਉੱਤੇ ਜੋ ਆ ਡੋਮੀਸ਼ਨ ਦੁਆਰਾ ਯਹੂਨਾ ਨੂੰ ਜੋ ਆ ਸੁੱਟ ਦਿੱਤਾ ਜਾਂਦਾ ਹੈ। ਔਰ ਉਸ ਡੋਮੀਸ਼ਨ ਤੋਂ 96 AD ਤੱਕ ਡੋਮੀਸ਼ਨ ਦਾ ਜੋ ਆ ਰਾਜ ਰਹਿੰਦਾ ਆ। ਔਰ 100 AD ਦੇ ਵਿੱਚ ਜੋ ਆ ਮੰਨਿਆ ਜਾਂਦਾ ਹੈ ਸੰਤ ਯਹੂਨਾ ਜੋ ਆ ਉਸ ਦੀ ਮੌਤ ਹੁੰਦੀ ਹੈ, ਇੱਕ ਸਧਾਰਨ ਮੌਤ ਉਹ ਮਰਦਾ ਆ। ਪ੍ਰਭੂ ਯੀਸ਼ੂ ਮਸੀਹ ਦੇ 12 ਚੇਲਿਆਂ 'ਚੋਂ ਸਿਰਫ ਯਹੂਨਾ ਹੀ ਆ ਜੋ ਸ਼ਹੀਦ ਹੋ ਕੇ ਨਹੀਂ ਮਰਿਆ, ਬਲਕਿ ਇੱਕ ਆਪਣੀ ਸਧਾਰਨ ਮੌਤ ਮਰਿਆ। ਸੋ 100 AD ਦੇ ਵਿੱਚ ਜੋ ਆ ਪ੍ਰਭੂ ਯੀਸ਼ੂ ਮਸੀਹ ਦਾ ਜੋ ਚੇਲਾ ਸੰਤ ਯਹੂਨਾ ਉਸ ਦੀ ਜੋ ਆ ਮੌਤ ਹੋ ਜਾਂਦੀ ਹੈ। ਔਰ ਜੋ ਕਲੋਜ਼ੀਅਮ ਜੋ ਤਿਆਰ ਕੀਤਾ ਗਿਆ ਸੀਗਾ ਵੈਸਪੇਸ਼ੀਅਨ ਦੁਆਰਾ, ਜੋ ਟਾਈਟਸ ਦੁਆਰਾ ਫਿਨਿਸ਼ ਕੀਤਾ ਗਿਆ, ਉਸ ਕਲੋਜ਼ੀਅਮ ਨੂੰ 2007 ਵਿੱਚ ਜੋ ਨਵੇਂ 7 ਅਜੂਬੇ ਜੋ ਚੁਣੇ ਗਏ ਆ ਉਸ ਦੇ ਵਿੱਚ ਵੀ ਇਸ ਕਲੋਜ਼ੀਅਮ ਨੂੰ ਜੋ ਆ ਸ਼ਾਮਿਲ ਕੀਤਾ ਗਿਆ। ਔਰ ਇਸ ਕਲੋਜ਼ੀਅਮ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਗਲੈਡੀਏਟਰ ਫਾਈਟ ਹੁੰਦੀ ਸੀਗੀ, ਉਸ ਤੋਂ ਬਾਅਦ ਇਸ ਨੂੰ ਹੋਰ ਜ਼ਿਆਦਾ ਰੋਚਕ ਬਣਾਉਣ ਵਾਸਤੇ ਇਸ ਦੇ ਵਿੱਚ ਜੋ ਆ ਇੱਕ ਨਾਵਲ ਫਾਈਟ ਵੀ ਇਹਦੇ ਵਿੱਚ ਤਿਆਰ ਦਾ ਪ੍ਰਬੰਧ ਕੀਤਾ ਗਿਆ, ਜੋ ਕਿ ਅੰਡਰਗਰਾਊਂਡ ਪਾਈਪਸ ਵਿਛਾ ਕੇ ਪਾਣੀ ਦਾ ਇੰਤਜ਼ਾਮ ਕੀਤਾ ਜਾਂਦਾ ਸੀ। 5 ਫੁੱਟ ਇੱਕ ਡੂੰਘਾ ਪਾਣੀ ਇਹਦੇ ਵਿੱਚ ਖੜਾ ਕੀਤਾ ਜਾਂਦਾ ਸੀ, ਜਿਹਦੇ ਵਿੱਚ ਜੋ ਬੇੜੀਆਂ ਹੁੰਦੀਆਂ ਸੀ, ਜੋ ਸ਼ਿਪ ਛੋਟੇ, ਉਹਨਾਂ ਦੀ ਫਾਈਟ ਜੋ ਆ ਕਰਵਾਈ ਜਾਂਦੀ ਸੀਗੀ। ਸੋ ਪਹਿਲੀ ਸਦੀ ਦਾ ਇਤਿਹਾਸ ਦੇ ਵਿੱਚ ਅਸੀਂ ਦੇਖਦੇ ਹਾਂ ਮਸੀਹੀ ਲੋਕਾਂ ਦਾ 100 ਜੋ AD ਦੇ ਵਿੱਚ ਜੋ ਯਹੂਨਾ ਦੀ ਮੌਤ ਦੇ ਨਾਲ ਜੋ ਆ ਇਹ ਜੋ ਪਹਿਲੀ ਸਦੀ ਦਾ ਅੰਤ ਹੁੰਦਾ ਆ। ਸੋ ਡੋਮੀਸ਼ੀਅਨ ਦਾ ਰਾਜ 96 AD ਤੱਕ ਰਹਿੰਦਾ ਹੈ। ਔਰ ਉਸ ਤੋਂ ਬਾਅਦ ਜੋ ਆ ਟ੍ਰੈਜਨ ਜੋ ਕਿ 98 AD ਤੋਂ ਉਹਦਾ ਰਾਜ ਸ਼ੁਰੂ ਹੁੰਦਾ ਆ। ਸੋ ਉਸ ਦੇ ਵਿੱਚ ਕਿਸ ਪ੍ਰਕਾਰ ਵਿਸ਼ਵਾਸੀਆਂ ਦੀ ਸ਼ਹਾਦਤ ਹੁੰਦੀ ਆ, ਔਰ ਉਸ ਚੀਜ਼ ਨੂੰ ਅਸੀਂ ਅਗਲੇ ਵੀਡੀਓ ਦੇ ਵਿੱਚ ਅਸੀਂ ਦੇਖਾਂਗੇ।